गुर की महिमा क्या कहा, गुर विवेक सत सर। ओह आद जुगादी जुगह जुग पूरा परमेश्वर। नाम ਧਿਆਵਹੁ ਸਦ ਸਦਾ, ਹਰ ਹਰ ਮਨ ਰੰਗੇ। ਜੀਉ ਪ੍ਰਾਣ ਧਨ ਗੁਰੂ ਹੈ, ਨਾਨਕ ਕੈ ਸੰਗੇ। गुरु अर्जन आजुमला जूदो फजाल, हकीकत पे हो हिंदे हक्के जमाल। गुरु अर्जन आजुमला जूदो फजाल, हकीकत पे हो हिंदे हक्के जमाल। सज्जन सच्चा पातशाह, सिर शाहां दा शाह। जिस पास बैठिया सोहिया, सबना दा विसाहो। सतनाम श्री वाहिगुरु साहिब जी। सलोक संत उदरन दयालं, आसरं गोपाल कीर्तन है। निर्मलं संत संगेण, ओट नानक परमेश्वर। संत उदरन दयालं, आसरं गोपाल कीर्तन है। निर्मलं संत संगेण, ओट नानक परमेश्वर। चंदन चांदना सरद रुत, मूल न मिटई काम। शीतल थीवै नानका, जपंदड़ो हर नाम। पौड़ी चरण कमल की ओट, उदरे सगल जाना। सुन परताप गोविंद, निर्भय भय माना। टोट न आवे मूल, संचया नाम ताना। संत जना स्यों संग, पाइया वड्डा पुना। आठ पहर हर आए, हर जस नित सोना। संत जना स्यों संग,
ਪਾਈਐ ਵੱਡਾ ਪੁੰਨ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਦੀਦਾਰੇ ਕਰ ਰਹੇ ਹੋ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਬਦਾ ਅਵਤਾਰ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੁਭਾਇਮਾਨ ਹੋ ਕੇ ਫੁਰਮਾਨ ਜਾਰੀ ਕਰਦੇ ਨੇ। ਉਸ ਸ੍ਰੀ ਮੁਖਵਾਕ ਦੀ ਫੁਰਮਾਨ ਦੀ ਕਥਾ ਆਪ ਸਰਬੱਤ ਸੰਗਤਾਂ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਸ ਪਾਕ ਸਥਾਨ ਉੱਪਰ ਇਕੱਤਰ ਹੋ ਕਰਕੇ ਸਰਵਣ ਕਰਦੇ ਹੋ। ਅਕਾਲ ਪੁਰਖ ਦੀ ਵਡਿਆਈ, ਕਥਾ ਵਿਚਾਰਾਂ ਦਾ ਜੋ ਮਹਾਤਮ ਹੈ, ਆਪ ਸਰਬੱਤ ਸੰਗਤ ਬਾਣੀ ਦੇ ਵਿੱਚ ਪੜ੍ਹਦੇ ਹੋ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਗੁਰਬਾਣੀ ਦੀ ਕਥਾ ਵਿਚਾਰ ਸੁਣਨ ਦੇ ਨਾਲ ਵਿਕਾਰਾਂ ਦੀ ਮੈਲ ਲੱਥਦੀ ਹੈ, ਰੋਗ ਅਤੇ ਸੋਗ ਮਿਟਦੇ ਹਨ। ਐਸਾ ਮਹਾਤਮ ਇਸ ਬਾਣੀ ਦੀ ਕਥਾ ਵਿਚਾਰ ਦਾ ਹੈ। ਔਰ ਜੋ ਫੁਰਮਾਨ ਆਪ ਸੰਗਤ ਨੇ ਸਰਵਣ ਕੀਤਾ ਹੈ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਬਾਬਤ ਤੁਰਕੀ ਬਾਣੀ ਦੇ ਬੋਲ ਨੇ, ਗੁਰ ਅਰਜਨ ਪ੍ਰਤੱਖ ਹਰ ਖੁਦ ਖੁਦਾ ਗੁਰੂ ਅਰਜਨ ਸਾਹਿਬ, ਜਿਨ੍ਹਾਂ ਨੇ ਭਲਾਈ ਲਈ, ਲੋਕਾਈ ਦੇ ਹਿੱਤ ਲਈ, ਚਿੰਤਾਵਾਂ ਦੇ ਨਾਸ਼ ਲਈ, ਮਰਦ ਜਾਤ ਨੂੰ, ਆਦਮ ਦੀ ਜਾਤ ਨੂੰ ਨਿਜਾਤ ਬਖਸ਼ਣ ਦੇ ਲਈ ਅਕਾਲੀ ਬਾਣੀ, ਤੁਰਕੀ ਬਾਣੀ ਇਸ ਰੂਹੇ ਜ਼ਮੀਨ ਦੇ ਉੱਤੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਦਸੋਂ ਪਾਤਸ਼ਾਹੀਆਂ ਦੇ ਸਰੂਪ ਧਾਰ ਕੇ ਪ੍ਰਗਟ ਕੀਤੀ। ਔਰ ਪਾਤਸ਼ਾਹਾਂ ਦੀ, ਭਗਤਾਂ ਦੀ, ਮਹਾਪੁਰਸ਼ਾਂ ਦੀ ਬਾਣੀ ਨੂੰ ਇੱਕ ਜਗ੍ਹਾ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਕ ਬੀੜ ਤਿਆਰ ਕਰਨਾ ਕੀਤੀ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਵੱਲੋਂ ਇਕੱਤਰ ਕੀਤੀ ਗਈ ਬਾਣੀ ਨੂੰ ਗੁਰਤਾ ਦਾ ਤਖਤ ਬਖਸ਼ ਕੇ ਸ਼ਬਦਾ ਅਵਤਾਰ ਨੂੰ 11ਵਾਂ ਗੁਰੂ ਸਿੱਖ ਜਗਤ ਦਾ, ਲੋਕਾਈ ਦਾ ਥਾਪਣਾ ਕੀਤਾ। ਜੋ ਪ੍ਰਬੰਧ ਗੁਰੂ ਅਰਜਨ ਸਾਹਿਬ ਨੇ ਬਾਣੀ ਦਾ ਕੀਤਾ ਹੈ, ਜਿਨ੍ਹਾਂ ਦਾ ਪਵਿੱਤਰ ਫੁਰਮਾਨ ਅੱਜ ਲੋਕਾਈ ਦੇ ਹਿੱਤ ਵਿੱਚ ਆਇਆ ਹੈ, ਜੈਤ ਸ੍ਰੀ ਦੀ ਵਾਰ ਹੈ। ਔਰ ਉਸ ਵਾਰ ਦੇ ਵਿੱਚੋਂ 17 ਨੰਬਰ ਜੋ ਪੌੜੀ ਹੈ, ਸ਼ਲੋਕ ਹੈ, ਉਸ ਦੀ ਵਿਆਖਿਆ ਆਪ ਸੰਗਤ ਦੇ ਨਾਲ ਸਾਂਝੀ ਕਰਨੀ ਹੈ। ਇਹ ਵਾਰ ਆਪ ਸੰਗਤਾਂ ਬੜੇ ਆਨੰਦ ਦੇ ਨਾਲ ਪੜ੍ਹਦੇ ਹੋ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਉਹ ਜਿਹੜਾ ਪਰਮਾਤਮਾ ਹੈ, ਉਹ ਸਦੀਵੀ ਰਹਿਣ ਵਾਲਾ ਹੈ। ਉਸ ਦੀ ਵਡਿਆਈ ਵਿੱਚ ਮਹਾਰਾਜ ਨੇ ਇਹ ਬਾਣੀ ਗਾਇਨ ਕੀਤੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਬਾਬਤ ਇੱਕ ਬਚਨ ਕਿਹਾ ਹੈ, ਬਾਣੀ ਦੇ ਪ੍ਰਬੰਧ ਦੇ ਪ੍ਰਥਾਏ। ਔਰ ਉਸ ਬਚਨ ਤੋਂ ਪਹਿਲਾਂ ਇੱਕ ਗੁਰੂ ਗ੍ਰੰਥ ਸਾਹਿਬ ਦਾ ਬੋਲ ਸਾਂਝਾ ਕਰਾਂ। ਗੁਰੂ ਅਰਜਨ ਸਾਹਿਬ ਨੂੰ ਸਿੱਖਾਂ ਨੇ ਪੁੱਛਿਆ ਸੀ, ਇਹ ਬਾਣੀ ਤੁਸੀਂ ਪ੍ਰਗਟ ਕੀਤੀ ਹੈ,
ये तुहाडी बाणी है। निमरता विच आके गुरु अर्जन साहब ने कहा सी, हऊँ आपो बोल ना जानदा, मैं कहया सब हुकमाओ जीओ। कहंदे जो भी परमात्मा दा अकाल पुरख दा हुक्म है, जो भी बोल उन्होंने मैनू प्रगट करन लई कहा है, अकाल पुरख दे बोल ही मैं प्रगट कीते ने। ये निर्माणता है, खुद खुदा दा स्वरूप हुंदियां गुरु अर्जन साहब पातशाह कहंदे इहदे विच मेरा कुछ नहीं, ये अकाल पुरख दे बोल ने। भाई साहब भाई नंद लाल ने यह वचन कीता है, जिलाए मकाले हक आमद अजो, जिलाए मकाले हक आमद अजो, फरोगे जमाले हक आमद अबो। भाई साहब भाई नंद लाल गुरु अर्जन साहब की शान विच बचन करते ने। जिलाए का मतलब हुंदा जिहदी रोशनी बहुत होवे, जिहदा प्रकाश बड़ा होवे। ते मकाले तो भाव है कलाम, बाणी, गुरबाणी, जो अल्फाज गलुए चो गुरु अर्जन साहब ने प्रगट कीते ने। आमद का मतलब आउणा है, अजो का मतलब है उन्हां तो, हक का मतलब है रब। परशियन विच फारसी विच भाई नंद लाल कहंदे ने, ऐ गुरु अर्जन साहब सच्चे पातशाह, जिलाए मकाले हक आमद अजो, खुदा तो जेड़ी बाणी आई है, जेड़ी कलाम आई है, जो रोशनी बख्शण वाली है, जिहदा प्रकाश बड़ा है, जो सच दा ज्ञान करवाउण वाली है, ये कलाम, ये पवित्र बाणी तुसीं दुनिया ते लियाउण वाले हो, तुसीं दुनिया ते प्रगट करन वाले हो। इस रब्बी कलाम दा चानना दुनिया नूं बख्शण वाले तुसीं हो। फरोगे दा मतलब भी रोशनी हुंदा है। दूसरी पंक्ति विचों फिर हक लफ्ज़ वरतदे ने। पहली विच हक दा मतलब रब है, दूसरी पंक्ति विच हक दा मतलब खुदा तो बाद खुदा दा सच्चा नाम है, सच्चाई सदीवी रहण वाला। फरोगे जमाले हक आमद अजो, जिलाए मकाले हक आमद अजो। ऐ गुरु अर्जन सच्चे रब तो सच्ची बाणी लिया के दुनिया ते प्रगट करन वाले तुसी हो। और ऐ गुरु अर्जन साहब पातशाह, फरोगे तो मतलब है रोशनी, फरोगे तो मतलब है तरक्की, फरोगे तो मतलब है बख्शिशां। और इंसान दे जीवन विच सच दी रोशनी, सुंदर रोशनी करन वाले तुसीं हो। सच्चे परमात्मा दा ज्ञान ते रस्ता दसन वाली तुहाडी बाणी है। तुहाडी कदम बोसी करे तो बिना रब प्राप्त नहीं हो सकदा। तुहाडी बाणी नूं हिरदे विच टकाए तो बिना, ध्याए तो बिना परमात्मा नहीं मिल सकदा। ऐसी गुरु अर्जन साहब दी पाक बाणी दी महानता है। तां ही ते आपां रोज पढ़दे हैं, साची बाणी मीठी अमृत धार। महाराज कहंदे ने बड़ी मिठी है, आनंद बख्शण वाली है। जेड़ा भी इस बाणी नूं पढ़ेगा, हिरदे विच टकावेगा, जिन पीती तिस मोख द्वार। जेड़ा भी इस बाणी नूं पी लवे, चख लवे, जप लवे, हिरदे विच टका लवे, श्रवणा नाल सुन लवे, उसनूं मोख द्वार दी प्राप्ति है। मोक्ष, मुक्ति, चाहे वह 84 लाख दा गेड़ है, निजात मिलेगी। चाहे वह जीवन दे विच अड़चना ने, निजात मिलेगी। रोग ने, सोग ने, किसी प्रकार का भी कोई दुख है, तकलीफ है, बाणी मुक्ति बख्शण वाली है, निजात बख्शण वाली है। आओ जैत श्री दी वार दे विच ये जो पाक फुरमान पातशाह ने लुकाई दे भले हित बख्शिश कीता है श्री हरमंदर साहब तो, खुद खुदा गुरु अर्जन साहब दे बोल, इन्हां नाल जुड़ के अपने समय नूं, जीवन नूं सफला करन दा जतन करिए जी। सतनाम श्री वाहिगुरु साहिब जी। शांत उदरण दयालं आसरं गोपाल कीरतन है।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ 709 ਅੰਗ ਉੱਪਰ ਇਹ ਸ਼ਲੋਕ ਰਾਹੀਂ ਸਾਨੂੰ ਫਰਮਾਨ ਜਾਰੀ ਕਰਦੇ ਨੇ। ਆਪਣੇ ਪਿਆਰਿਆਂ ਦੀ, ਸੰਤਾਂ ਦੀ, ਗੁਰਮੁਖਾਂ ਦੀ, ਗੁਰਸਿੱਖਾਂ ਦੀ, ਜਨਾਂ ਦੀ, ਮਹਾਂਪੁਰਸ਼ਾਂ ਦੀ ਇੱਥੇ ਵਡਿਆਈ ਕਥਨ ਕਰਦੇ ਨੇ। ਸੰਤ ਉਦਰਣ ਦਇਆਲੰ, ਸੰਤਾਂ ਦੀ ਬੁਲੰਦ ਹਸਤੀ ਇੰਨੀ ਕੁ ਉੱਚੀ ਹੈ। ਕਿੰਨਾ ਸੰਤਾਂ ਦੀ ਹਸਤੀ ਉੱਚੀ ਹੈ? ਕਹਿੰਦੇ ਆਸਰੰ ਗੋਪਾਲ ਕੀਰਤਨ ਹੈ, ਜਿਨ੍ਹਾਂ ਦਾ ਆਸਰਾ ਗੋਪਾਲ ਦਾ ਕੀਰਤਨ ਹੈ, ਪਰਮਾਤਮਾ ਦੇ ਕੀਰਤਨ ਦਾ ਜਿਨ੍ਹਾਂ ਨੂੰ ਆਸਰਾ ਹੈ, ਜਿਹੜੇ ਹੋਰ ਕਿਸੇ ਦਰ ਤੇ ਨਹੀਂ ਝੁਕਦੇ, ਕੇਵਲ ਇੱਕ ਅਕਾਲ ਪੁਰਖ ਅੱਗੇ ਝੁਕਦੇ ਨੇ, ਕੇਵਲ ਇੱਕ ਅਕਾਲ ਪੁਰਖ ਦਾ ਨਾਮ ਜਪਦੇ ਨੇ। ਐਸੇ ਬਾਣੀ ਬਾਣੇ ਦੇ ਧਾਰਨੀ ਜੋ ਮਹਾਪੁਰਸ਼ ਨੇ, ਸੰਤ ਨੇ, ਉਦਰਣ ਉਹ ਉਧਾਰ ਕਰਤਾ ਨੇ। ਉਹਨਾਂ ਦੀ ਸੰਗਤ ਕਰੇਗਾ, ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਤੋਂ 84 ਦੇ ਬੰਧਨਾਂ ਤੋਂ ਤੇਰਾ ਉਧਾਰ ਹੋ ਜਾਵੇਗਾ। ਕਿਉਂ ਉਧਾਰ ਕਰਤਾ ਨੇ? ਕਹਿੰਦੇ ਉਹ ਦਿਆਲੂ ਬੜੇ ਨੇ, ਉਹ ਹਰ ਇੱਕ ਤੇ ਦਇਆ ਕਰਦੇ ਨੇ। ਸੰਤ ਉਦਰਣ ਦਇਆਲੰ, ਉਹ ਦਇਆਵਾਨ ਨੇ, ਉਹ ਦਿਆਲੂ ਨੇ। ਦੂਸਰਾ ਇਹਦਾ ਅਰਥ ਇਉਂ ਹੈ, ਪਰਮਾਤਮਾ ਬੜਾ ਦਿਆਲੂ ਹੈ, ਉਹ ਉਧਾਰ ਕਰਤਾ ਹੈ, ਔਰ ਉਸ ਪਰਮਾਤਮਾ ਦਾ ਨਾਮ ਸੰਤ ਸਦੀਵੀ ਜਪਦੇ ਨੇ। ਉਸ ਪਰਮਾਤਮਾ ਦੇ ਨਾਮ ਦਾ ਆਸਰਾ ਹੀ ਸੰਤਾਂ ਨੂੰ ਹੈ, ਦੂਸਰਾ ਕੋਈ ਉਹ ਆਸਰਾ ਨਹੀਂ ਤੱਕਦੇ। ਦਾ ਗੋਡ ਇਜ਼ ਮਰਸੀਫੁਲ, ਹਰ ਇੱਕ ਤੇ ਦਇਆ ਕਰਦਾ ਹੈ ਪਰਮਾਤਮਾ, ਔਰ ਉਸ ਦਇਆ ਦੇ ਵਿੱਚੋਂ ਹੀ ਆਪਣੀ ਓਟ ਆਸਰਾ ਆਪਣੇ ਪਿਆਰਿਆਂ ਸੰਤਾਂ ਨੂੰ ਬਖਸ਼ਦਾ ਹੈ, ਜਿਹੜੇ ਉਹਦਾ ਨਾਮ ਜਪਦੇ ਨੇ। ਸਾਨੂੰ ਉਹਦਾ ਆਸਰਾ ਇਸ ਲਈ ਨਹੀਂ ਮਿਲਦਾ, ਅਸੀਂ ਹੋੜ ਬਰੇ ਆਸਰੇ ਤੱਕੇ ਹੋਏ ਨੇ। ਜਿਹੜੇ ਕੇਵਲ ਇੱਕ ਉਸ ਦੇ ਆਸਰੇ ਨੇ, ਉਹਨਾਂ ਨੂੰ ਇਹ ਹਸਤੀ ਪ੍ਰਾਪਤ ਹੋ ਜਾਂਦੀ ਹੈ। ਉਹ ਆਪ ਤੇ ਮੁਕਤੀ ਨੇ, ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਹੀ ਬੋਲ ਗੁਰੂ ਅਰਜਨ ਸਾਹਿਬ ਦੇ ਨੇ। ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਸਾਧੂਆਂ ਸਤਪੁਰਸ਼ਾਂ ਦਇਆਲ ਪੁਰਸ਼ਾਂ ਦਾ ਆਸਰਾ ਕੇਵਲ ਇੱਕ ਅਕਾਲ ਪੁਰਖ ਦਾ ਨਾਮ ਹੋਇਆ ਕਰਦਾ ਹੈ। ਇੱਥੇ ਜਿਹੜੇ ਲਫ਼ਜ਼ ਵਰਤੇ ਗਏ ਨੇ ਸੰਤ, ਹੁਣ ਦੋ ਪ੍ਰਕਾਰ ਦੀ ਦੁਨੀਆ ਹੈ, ਚਾਨਣਾ ਹੈ, ਹਨੇਰਾ ਹੈ, ਗਿਆਨ ਹੈ, ਅਗਿਆਨ ਹੈ, ਦਿਨ ਹੈ, ਰਾਤ ਹੈ। ਸਾਕਤ ਨੇ, ਸੰਤ ਨੇ, ਗੁਰਮੁਖ ਨੇ, ਮਨਮੁਖ ਨੇ। ਠੀਕ ਹੈ, ਅਸੀਂ ਗੁਰੂ ਪਾਤਸ਼ਾਹ ਦੇ ਬਖਸ਼ੇ ਬਾਣੇ ਦਾ ਲਿਬਾਸ ਦਾ ਸਤਿਕਾਰ ਕਰਦੇ ਹਾਂ, ਪਰ ਵੇਖਣ ਨੂੰ ਕਈ ਵਾਰ ਬਗਲਾ ਵੀ ਹੰਸੀ ਜਾਪਦਾ ਹੈ। ਅੱਛਾ, ਬਗਲੇ ਦੀਆਂ ਆਦਤਾਂ ਬੜੀਆਂ ਵਿਗੜੀਆਂ ਨੇ। ਅਗਰ ਸਮਾਧੀ ਲਾ ਵੀ ਲੈਂਦਾ ਹੈ ਤੇ ਮਾਰ ਹੇਠ ਜਦੋਂ ਮੱਛੀ ਆਉਂਦੀ ਹੈ ਉਦੋਂ ਸਮਾਧੀ ਖੋਲ ਲੈਂਦਾ ਹੈ, ਅੱਖਾਂ ਪੁੱਟ ਲੈਂਦਾ ਤੇ ਉਹਨੂੰ ਛਕ ਜਾਂਦਾ ਹੈ। ਹੰਸ ਸ਼ਾਂਤ ਚਿੱਤ ਸਰੋਵਰ ਵਿੱਚ ਰਹਿੰਦੇ ਨੇ, ਖੁਰਾਕ ਉਹਨਾਂ ਦੀ ਮੋਤੀ ਹੈ, ਉਹਨਾਂ ਨੂੰ ਇਹੋ ਜਿਹਾ ਪਖੰਡ ਕਪਟ ਨਹੀਂ ਆਉਂਦਾ। ਕਈ ਵਾਰ ਅਸੀਂ ਬਾਣਾ ਪਾ ਕੇ ਲੋਕਾਈ ਨੂੰ ਗੁੰਮਰਾਹ ਕਰਦੇ ਹਾਂ, ਸਮਾਧੀ ਸਾਡੀ ਬਗਲੇ ਵਾਲੀ ਹੈ। ਸ਼ਿਕਾਰ ਅਸੀਂ ਗਿਣਦੇ ਰਹਿੰਦੇ ਹਾਂ ਵੀ ਕਿਹੜਾ ਮਾਇਆ ਧਾਰੀ ਹੈ, ਕਿਹਨੂੰ ਗੋਡਿਆਂ ਤੇ ਬਿਠਾਉਣਾ ਹੈ, ਕਿਹੜਾ ਗਰੀਬੜਾ ਹੈ ਜਿਹਨੂੰ ਦਰ ਤੋਂ ਦੂਰ ਕਰਨਾ ਹੈ। ਔਰ ਤੈਨੂੰ ਅਗਰ ਕਿਸੇ ਨੇ ਧੋਖਾ ਦਿੱਤਾ ਹੈ, ਤੇਰੇ ਨਾਲ ਕਿਸੇ ਨੇ ਪਖੰਡ ਕਮਾਇਆ ਹੈ, ਤੇ ਤੂੰ ਕਈ ਵਾਰ ਕੀ ਕਰਦਾ ਹੈ ਵੀ ਹਰ ਬਾਣੇ ਵਾਲੇ ਦੀ ਨਿੰਦਾ ਸ਼ੁਰੂ ਕਰ ਦਿੰਦਾ ਹੈ। ਤੂੰ ਹੰਸ ਨੂੰ ਵੀ ਬਗਲਾ ਦੱਸਣ ਲੱਗ ਜਾਂਦਾ ਹੈ। ਤੈਨੂੰ ਚੰਗੀ ਤਰ੍ਹਾਂ ਬਗਲੇ ਤੇ ਹੰਸ ਦਾ ਫਰਕ ਗੁਰੂ ਗ੍ਰੰਥ ਸਾਹਿਬ ਨੇ ਸਮਝਾਇਆ ਹੈ। ਹੁਣ ਤੂੰ ਬਗਲੇ ਦੇ ਲੜ ਲੱਗੇ, ਧੋਖਾ ਖਾ ਜਾਵੇਂ, ਤੂੰ ਹੀਰੇ ਦੇ ਭੁਲੇਖੇ ਕੱਚ ਹੱਥ ਵਿੱਚ ਫੜ ਲਵੇਂ, ਚੋਟ ਲੱਗੇ ਤੇ ਤੂੰ ਹੀਰੇ ਦੀ ਨਿੰਦਾ ਕਰੇ, ਇਹ ਵੱਡਾ ਪਾਪ ਬਣ ਜਾਂਦਾ ਹੈ। ਸੋ ਬਾਣੀ ਨੇ ਪਰਖ ਦੱਸੀ ਹੈ। 18, 10, 20 ਅੰਗ ਪੜ੍ਹਦੇ ਜਾਓ, ਤੁਹਾਨੂੰ ਪਤਾ ਲੱਗ ਜਾਵੇਗਾ ਸੰਤ ਕੀ ਹੈ, ਬਗਲਾ ਕੀ ਹੈ, ਹੰਸ ਕੀ ਹੈ, ਸਾਕਤ ਕੀ ਹੈ। ਫਿਰ ਧੋਖਾ ਨਹੀਂ ਖਾਓਗੇ। ਜਦੋਂ ਰਸਤੇ ਵਿੱਚ ਆਪਾਂ ਦੇਖਦੇ ਹਾਂ ਕਿਸੇ ਮੰਜ਼ਿਲ ਵੱਲ ਨੂੰ ਜਾਣਾ ਹੈ, ਉਹ ਇੱਕ ਪੱਥਰ ਜਿਹਾ ਲੱਗਾ ਹੁੰਦਾ ਨਾ, ਉਹਦੇ ਤੇ ਕਿਲੋਮੀਟਰ ਤੇ ਉਸ ਇਲਾਕੇ ਦਾ ਪਿੰਡ ਦਾ ਨਾਮ ਲਿਖਿਆ ਹੁੰਦਾ ਹੈ। ਉਹ ਮੀਲ ਪੱਥਰ ਨਾ ਹੋਵੇ ਤੇ ਰਸਤਾ ਭਟਕ ਜਾਂਦੇ ਆ। ਗੁਰਬਾਣੀ ਮੀਲ ਪੱਥਰ ਹੈ, ਖੁਦਾ ਤੱਕ ਪਹੁੰਚਣ ਦਾ ਰਸਤਾ। ਇਹਨੂੰ ਨਹੀਂ ਪੜੋਗੇ ਤੇ ਭਟਕ ਜਾਓਗੇ।
ਝੂਠਿਆਂ ਦੇ, ਦੰਭੀਆਂ ਦੇ, ਪਖੰਡੀਆਂ ਦੇ ਲੜ ਲੱਗ ਜਾਓਗੇ। ਜੋ ਆਪ ਡੁੱਬਣਗੇ ਤੁਹਾਨੂੰ ਵੀ ਡੋਬਣਗੇ। ਜਿਹੜੀ ਬੇੜੀ ਵਿੱਚ ਛੇਕ ਹੋਵੇ ਉਹ ਆਪ ਪਾਰ ਨਹੀਂ ਲੱਗਦੀ, ਤੁਹਾਨੂੰ ਨਹੀਂ ਲਾਵੇਗੀ। ਸੋ ਬਗਲੇ ਵਿੱਚ, ਸਾਕਤ ਵਿੱਚ ਬੜੇ ਵਿਕਾਰਾਂ ਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਛੇਕ ਹੁੰਦੇ ਨੇ, ਜੋ ਉਸ ਬੇੜੇ ਨੂੰ ਡਬੋ ਦਿੰਦੇ ਨੇ। ਸੰਤ ਉਹ ਹੈ ਜੋ ਨਿਰਮਲ ਹੈ, ਜਿਹਦੇ ਵਿੱਚ ਵਿਕਾਰ ਰੂਪੀ ਕੋਈ ਛੇਕ ਨਹੀਂ। ਬੇੜਾ ਆਪ ਉਹ ਪਾਰ ਲੱਗਦਾ ਹੈ ਜਿਹਦੇ ਵਿੱਚ ਛੇਕ ਨਹੀਂ। ਆਪ ਦੇ ਨਾਲ ਨਾਲ ਉਹ ਕਈਆਂ ਨੂੰ ਹੋਰ ਪਾਰ ਲਾਉਂਦਾ ਹੈ। ਸੰਤ ਹੈ ਕੀ ਹੈ, ਮੈਂ ਇੱਕ ਪੰਕਤੀ ਵਿੱਚ ਹੀ ਵਿਆਖਿਆ ਕਰ ਦੇਵਾਂ। ਪੂਰਾ ਗੁਰ ਅਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਕਈ ਕਹਿ ਦਿੰਦੇ ਸੰਤ ਲਫ਼ਜ਼ ਕੇਵਲ ਗੁਰੂ ਲਈ ਆਇਆ ਹੈ। ਇਹ ਸਭ ਤੋਂ ਵੱਡਾ ਕੁਫਰ ਹੈ। ਬਹੁਤ ਵਿਰਲੀਆਂ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਵਿੱਚ ਸੰਤ ਲਫ਼ਜ਼ ਗੁਰੂ ਲਈ ਆਇਆ ਹੈ। ਜ਼ਿਆਦਾਤਰ ਅਕਾਲ ਪੁਰਖ ਦੇ ਪਿਆਰਿਆਂ, ਸਿੱਖਾਂ ਦੇ ਲਈ, ਜਨਾਂ ਦੇ ਲਈ, ਭਗਤਾਂ ਲਈ ਆਇਆ ਹੈ। ਹੁਣ ਇੱਕੇ ਪੰਕਤੀ ਵਿੱਚ ਗੁਰੂ ਵੀ ਆ ਗਿਆ, ਸੰਤ ਵੀ ਆ ਗਿਆ, ਤੇ ਕੀ ਅਰਥ ਕਰੋਗੇ ਇਹਦੇ? ਪੂਰਾ ਗੁਰ, ਪੂਰਾ ਗੁਰੂ ਕੌਣ ਹੈ? ਖੁਦ ਖੁਦਾ ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ। ਪੂਰਾ ਗੁਰ ਅਖਿਓ ਜਾਕਾ ਮੰਤਰ, ਜਿਹਦਾ ਮੰਤਰ, ਜਿਹਦੀ ਬਾਣੀ ਅਖੈ ਹੈ, ਨਾਸ਼ ਤੋਂ ਰਹਿਤ ਹੈ, ਅਟਲ ਹੈ, ਸਦੀਵੀ ਰਹਿਣ ਵਾਲੀ ਹੈ। ਕਹਿੰਦੇ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਤੂੰ ਆ ਗੁਰੂ ਨਾਨਕ ਦੇ ਦਰ ਤੇ, ਤੂੰ ਆ ਗੁਰੂ ਰਾਮਦਾਸ ਦੇ ਦਰ ਤੇ, ਤੂੰ ਆ ਗੁਰੂ ਅਰਜਨ ਸਾਹਿਬ ਦੇ ਦਰ ਤੇ। ਕਿਤੇ ਨਦਰ ਸਵੱਲੀ ਹੋ ਗਈ, ਤੇਰੇ ਤੇ ਕਿਰਪਾਮਈ ਨਦਰ ਉਸਨੇ ਢਾਲ ਦਿੱਤੀ। ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਤੇ ਤੂੰ ਲੱਖਾਂ ਸਤ ਸੰਗੀਆਂ ਚੋਂ ਉਹ ਮਹਾਨ ਮਰਾਤਬੇ ਨੂੰ ਪਾ ਕੇ ਸੰਤ ਖਵਾਵੇਂਗਾ, ਜਿਹੜਾ ਜਨਮਾਂ ਜਨਮੰਤਰਾਂ ਦੀ ਬੰਦਗੀ ਤੋਂ ਬਾਅਦ ਮਿਲਦਾ ਹੈ। ਤੇ ਜੇ ਸੰਤ ਲਫ਼ਜ਼ ਗੁਰੂ ਲਈ ਆਇਆ ਹੈ ਕੇਵਲ, ਤੇ ਫਿਰ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਕਿਹੜੇ ਸੰਤ ਹੈ ਨਹੀਂ? ਸਾਰਿਆਂ ਨੂੰ ਹੀ ਗੁਰੂ ਮੰਨਣ ਲੱਗ ਪਵਾਂਗੇ ਆਪਾਂ? ਤੇ ਨਹੀਂ, ਸੰਤ ਬੜੇ ਨੇ, ਸੰਤ ਸਮੂਹ ਅਨੇਕ ਮਤੀ ਕੇ, ਬੇਅੰਤ ਨੇ ਸੰਤ। ਪਰ ਗੁਰੂ ਕੇਵਲ ਇੱਕ ਅਕਾਲੀ ਜੋਤ ਗੁਰੂ ਨਾਨਕ ਦੀ ਆਈ ਹੈ, ਜਿਸ ਨੇ 10 ਜਾਮੇ ਬਦਲੇ ਨੇ। ਅੱਜ ਉਹ ਸ਼ਬਦਾ ਅਵਤਾਰ ਵਿੱਚ ਗੁਰੂ ਗ੍ਰੰਥ ਸਾਹਿਬ ਬਣ ਕੇ ਸੁਸ਼ੋਭਤ ਹੈ। ਜੋਤ 오ਹਾ ਜੁਗਤ ਸਾਈ ਸਹਿ ਕਾਇਆ ਫੇਰ ਪਲਟੀ ਹੈ। 10 ਕਾਇਆ, 10 ਸਰੀਰ ਪਲਟੇ, ਫਿਰ ਸ਼ਬਦ ਸਰੂਪ ਵਿੱਚ ਆ ਗਏ। ਹਾਂ, ਸੰਤ ਬੜੇ ਨੇ, ਰੱਬ ਨਾਲ ਜੋੜਨ ਵਾਲਿਆਂ ਦਾ ਅਦਬ ਹੈ, ਸਤਿਕਾਰ ਹੈ, ਰੱਬ ਦਾ ਵਾਸਤਾ ਹੈ। ਚੰਮ ਦੇ ਲਿਫਾਫਿਆਂ ਨੂੰ ਗੁਰੂ ਨਾ ਬਣਾਇਆ ਕਰੋ। ਅਗਰ ਕੋਈ ਸਾਕਤ ਹੈ, ਸਾਕਤ ਆਖੋ, ਬੰਦਗੀ ਕਰਦਾ ਹੈ ਤੇ ਸੰਤ ਆਖੋ। ਪਰ ਗੁਰੂ ਕੇਵਲ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ। ਗੁਰੂ ਕੇਵਲ 10 ਪਾਤਸ਼ਾਹੀਆਂ ਜੋ ਸਰਗੁਣ ਸਰੂਪ ਖੁਦਾ ਨੇ ਧਾਰਿਆ ਉਹੀ ਹੋਏ ਨੇ। ਖੈਰ, ਜਿਹਦੇ ਤੇ ਗੁਰੂ ਦੀ ਨਜ਼ਰ ਸਵੱਲੀ ਹੋ ਜਾਵੇ, ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਏ ਸੰਤ, ਉਹਦੇ ਫਿਰ ਲੱਛਣ ਕੀ ਨੇ ਸੰਤ ਦੇ? ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਹੜਾ ਹਰ ਸਾਹ ਦੇ ਨਾਲ, ਗਿਰਾਸ ਹਰ ਬੁਰਕੀ ਦੇ ਨਾਲ ਗੁਰੂ ਨਾਨਕ ਦੇ ਨਾਮ ਨੂੰ ਜਪਦਾ ਹੈ, ਉਹ ਸੰਤ ਹੈ। ਇਹ ਡੈਫੀਨੇਸ਼ਨ ਹੈ ਸੰਤ ਦੀ। ਉਹ ਸੰਤ ਹੈ ਜਿਹੜਾ ਸਵਾਸਾਂ ਨਾਲ ਨਾਮ ਜਪਦਾ ਹੈ, ਉਹਨੂੰ ਪੂਰਨ ਸੰਤ ਕਿਹਾ ਜਾਂਦਾ ਹੈ। ਐਸੇ ਸੰਤਾਂ ਦੀ ਜਿਹੜੀ ਸੰਗਤ ਹੈ, ਉਹਦੇ ਲਈ ਗੁਰੂ ਅਰਜਨ ਸਾਹਿਬ ਨੇ ਇਹ ਮਾਣ ਵਿੱਚ, ਵਡਿਆਈ ਵਿੱਚ ਲਫ਼ਜ਼ ਵਰਤੇ ਨੇ। ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਜਿਹੜੇ ਸਵਾਸਾਂ ਨਾਲ ਨਾਮ ਜਪਦੇ ਨੇ, ਖੁਦਾ ਦੇ ਕੀਰਤਨ ਦਾ ਜਿਨ੍ਹਾਂ ਨੂੰ ਆਸਰਾ ਹੈ, ਕੀਰਤੀ ਦੇ ਆਸਰੇ ਨੇ, ਜੋ ਉਹਨਾਂ ਦੀ ਸੰਗਤ ਕਰ, ਉਹ ਤੇਰਾ ਉਧਾਰ ਕਰ ਸਕਦੇ ਨੇ। ਇੱਕ ਹਿੰਦੀ ਦੇ ਵਿਦਵਾਨ ਨੇ ਸੰਤ ਦੀ ਵਡਿਆਈ ਵਿੱਚ ਵੀ ਬੋਲ ਕਹੇ ਨੇ। ਸੰਤ ਸ਼ਾਂਤ ਲਫ਼ਜ਼ ਦਾ ਹੀ ਬਦਲਿਆ ਹੋਇਆ ਰੂਪ ਹੈ। ਤੇ ਸ਼ਾਂਤ ਦਾ ਮਤਲਬ ਕੀ ਹੁੰਦਾ? ਜੋ ਸ਼ਾਂਤ ਹੈ, ਜਿਹਦੀਆਂ ਅੱਖਾਂ ਸ਼ਾਂਤ ਨੇ, ਬੁਰਾ ਨਹੀਂ ਵੇਖਦਾ, ਜਿਹਦਾ ਮਨ ਸ਼ਾਂਤ ਹੈ, ਜਿਹਦੇ ਵਿੱਚ ਬੁਰੇ ਫੁਰਨੇ ਹੈ ਨਹੀਂ, ਜਿਹਦੇ ਇੰਦਰੇ ਸ਼ਾਂਤ ਨੇ, ਜਿਹਦੇ ਮਨ ਦੀ ਭੜਕਣਾ ਮੁੱਕ ਗਈ ਹੈ, ਉਹਨੂੰ ਸੰਤ ਕਿਹਾ ਗਿਆ ਹੈ। ਜਿਨੇ ਫੁਰਨੇ ਰੋਕ ਲਏ, ਆਸਾ ਮਨਸਾ ਖਤਮ ਕਰ ਲਈ, ਐਸੇ ਮਹਾਪੁਰਸ਼ ਜਿਨ੍ਹਾਂ ਨੂੰ ਕੇਵਲ ਇੱਕ ਅਕਾਲ ਪੁਰਖ ਦੇ ਨਾਮ ਦਾ ਆਸਰਾ ਹੈ, ਉਹਨਾਂ ਬਾਬਤ ਹੀ ਗੁਰਬਾਣੀ ਦੇ ਬੋਲ ਨੇ ਜੀ। ਉਹਨਾਂ ਦੀ ਸੰਗਤ ਕਰੋ, ਉਹ ਉਧਾਰ ਕਰਤਾ ਨੇ। ਹਿੰਦੀ ਦਾ ਵਿਦਵਾਨ ਕਹਿੰਦਾ ਹੈ, ਜੋ ਵਿਅਕਤੀ ਸੰਤੁਲਨ ਮੇਂ ਰਹੇ, ਜੋ ਵਿਅਕਤੀ ਸੰਤੁਲਨ ਮੇਂ ਰਹੇ, ਸਮਝ ਲੋ ਉਹ ਸੰਤ ਹੈ। ਜਿਹਦਾ ਸੰਤੁਲਨ ਨਹੀਂ ਵਿਗੜਦਾ, ਜਿਹੜਾ ਗਲਤ ਕਦਮ ਨਹੀਂ ਪੁੱਟਦਾ,
ਜਿਹੜਾ ਇੱਕ ਖੁਦਾ ਤੋਂ ਬਿਨਾਂ ਦੂਸਰੇ ਬੰਨੇ ਨਹੀਂ ਝਾਕਦਾ। ਆਪਾਂ ਤੇ ਸਾਰੇ ਭਟਕਣਾ ਚ ਪਏ ਆ, ਦਰ ਦਰ ਤੇ ਆਪਾਂ ਭਟਕਦੇ ਆ, ਅੱਖਾਂ ਬੁਰਾ ਵੇਖਦੀਆਂ ਨੇ, ਮਨ ਵਿੱਚ ਮੈਲੇ ਫੁਰਨੇ ਨੇ, ਕਦਮ ਗਲਤ ਰਸਤੇ ਵੱਲ ਚੱਲਦੇ ਨੇ, ਹੱਥਾਂ ਨਾਲ ਕਰਮ ਮੰਦੇ ਕਰਦੇ ਆ। ਉਹ ਵਿਦਵਾਨ ਕਹਿੰਦਾ ਹੈ ਭਟਕਣਾ इंसानी फितरत है, भटकना इंसानी फितरत है, थम जाने से संत हो जाएगा। भटकना इंसानी फितरत है, थम जाने से संत हो जाएगा। जब जब अपना लेना संत प्रवृत्ति, जब अपना लेना संत प्रवृत्ति, हर भटकना का अंत हो जाएगा। अगर तू भटकदा है, अगर तेरा मन नहीं टिकदा, संत प्रवृत्ति संतां वाला सुभाव धार लै, रब दे गीत गाया कर, रब दे नाम दी वर्खा दे नाल वासना दी अग बुझ जावेगी, मन दी भटकना रुक जावेगी, तेरे मन नूं रब दा नाम बेड़ियां होके चुंबड़ जावेगा, तेरे नेत्र तेरे इंद्रे बुरा कर्म नहीं कमाउणगे। सो संत दा भाव है जो संतुलन है, जो इंद्रियां नूं काबू विच करके बैठा है। ऐसे संत दी संगत उधार कर दिंदी है, उच्चियां कर दिंदी है, निजात दिवा दिंदी है, मुक्ति दिवा दिंदी है। उन्हां दा संतां दा आसरा खुदा दा कीर्तन गुरु नानक दी कीर्ति होया करदी है। निर्मलं संत संगेण ओट नानक परमेश्वर। निर्मलंग तो भाव है जो निर्मल है, मैल तो रहत है। मैल कादी है साडे जीवन विच? असी चंगा नहीं सोचते, साडे नेत्र गैर दे शरीर नूं बुरी नज़र नाल नीत नाल तकदे ने, असी चंगे कर्म नहीं करते, ठगियां ठोरियां मारते हाँ। सो ये कर्म जो गुरमत दे विपरीत ने करदियां करदियां पापां दी मैल इकट्ठी हुंदी जांदी है, जिहदे नाल मैले हो गए ते कहंदे रब निर्मल बड़ा है। हुण जल दे विच तेल अभेद नहीं हो सकदा, रूई दा चंगियाड़ी नाल मोल कोई नहीं है। इस गल दा ख्याल रखियो, अकाल पुरख बड़ा निर्मल है। दीन दुनिया दे मालक गुरु ग्रंथ साहिब कहंदे उहदे विच अभेद होण लई तैनूं भी मैल तो रहत होना पवेगा। पानी विच जल विच निर्मल जल ही समा सकदा है, तेल नहीं। सो ऐसे जिहड़े पूਰਨ महापुरुष ने अकाल पुरख नाल गुरु ग्रंथ साहिब नाल जोड़न वाले, अपने आप नूं गुरु अखवाउण वालियां दी गल नहीं कीती। इत्थे जिथे मैं है उथे रब नहीं जे रहिंदा, जिहड़ा कहंदा मैं ही सब कुछ हां उत्थे रब नहीं रहिंदा। संतो जिहड़ा गुरु परमेश्वर नाल जोड़े। आपां रोज पढ़दे आ हर जीओ हंकार ना भावई, जिहड़ा कहंदा मैं सब कुछ हां, जिथे मैं है उस मन दे भांडे 'च रब नहीं टिकदा। अजकल मैं जादी है। खैर महाराज गुरु ग्रंथ साहिब कहंदे ने निर्मलं संत संगेण, पूर्ण संतां दी जिहड़ी संगत है वो निर्मल ने, संत ते तैनूं भी निर्मल कर देणगे। अकाल पुरख दे नाम नूं ध्या के उन्हां अपने विकारां दी पापां दी मैल ला दित्ती है। जदों उन्हां कोल बैठ के चौंकड़ा ला के तूं नाम जपेगा, तेरी भी विकारां दी मैल लह जावेगी। सो उन्हां दी जिहड़ी संगत है महाराज कहंदे ने वो बड़ी निर्मल करन वाली है। ओट नानक परमेश्वर है। वार वार महाराज दोहरा रहे ने गल भी, उन्होंने आसरा कीर्तन दा है, उन्होंने आओट परमात्मा दी है, होर किसे दी नहीं। ऐसे जिहड़े संत ने उन्हां दी संगत कीतियां पवित्र हो जाईदा है, वो रब दे आसरे रहिंदे ने। ऐसे जिहड़े महापुरुष ने उन्हां परमात्मा दी ओट लई है, होर दूसरे दी ओट नहीं तकदे। वन बिकम्स इमैकुलेट एंड प्योर। कई कह दिंदे लै ये ते वाधू दीआं गल्लां जी, तुसी कह दिंदे हो गुरमुखां दी वाइब्रेशन चंगी है, मनमुखां दी माड़ी है, गुरमुखां कोल बैठियां माड़े फुरने नहीं आउंदे। ये असीं नहीं कहिंदे, गुरु ग्रंथ साहिब कहिंदे ने। कहिंदे यू विल बिकम इमैकुलेट एंड प्योर। संत दी संगत विच तूं
ਚੰਗੇ ਵਿਚਾਰਾਂ ਵਾਲਾ ਬਣੇਗਾ। ਮੰਦੇ ਫੁਰਨੇ ਤੇਰੇ ਕੋਲ ਨਹੀਂ ਆਉਣਗੇ। ਸੰਤਾਂ ਦੀ ਸੰਗਤ ਦਾ ਇਹ ਅਸਰ ਹੈ। ਤੂੰ ਮੈਲ ਤੋਂ ਰਹਿਤ ਹੋ ਜਾਵੇਂਗਾ। ਅੱਛਾ, ਕਿਵੇਂ ਮੈਲ ਤੋਂ ਰਹਿਤ ਹੁੰਦੇ ਨੇ? ਤੁਸੀਂ ਗੁਰਬਾਣੀ ਵਿੱਚ ਪੜ੍ਹਦੇ ਹੋ, ਨਿਰਮਲ ਉਦਕ ਗੋਵਿੰਦ ਕਾ ਨਾਮ। ਨਿਰਮਲ ਉਦਕ ਗੋਵਿੰਦ ਕਾ ਨਾਮ, ਮਜਨ ਕਰਤ ਪੂਰਨ ਸਭ ਕਾਮ। ਜਿਹੜਾ ਵੀ ਗੋਬਿੰਦ ਦੇ ਨਾਮ ਨੂੰ ਗਾਵੇਗਾ ਉਹ ਐਸਾ ਉਦਕ ਹੈ, ਐਸਾ ਪਵਿੱਤਰ ਜਲ ਹੈ, ਉਹਦਾ ਨਾਮ ਹਰ ਪ੍ਰਕਾਰ ਦੀ ਮੈਲ ਲਾ ਦੇਵੇਗਾ, ਕਾਮ ਕ੍ਰੋਧ ਲੋਭ ਆਦਿ ਦੀ। ਇੱਥੇ ਹੀ ਬਸ ਨਹੀਂ, ਕਹਿੰਦੇ ਮਜਨ ਕਰਤ ਪੂਰਨ ਸਭ ਕਾਮ। ਇਸ਼ਨਾਨ ਕਰ ਲੈ ਨਾਮ ਜਲ ਦੇ ਵਿੱਚ, ਤੇਰੇ ਸਾਰੇ ਹੀ ਕਾਰਜ ਨੇਪਰੇ ਚੜ ਜਾਣਗੇ। ਇਹ ਨਾਮ ਜਪ ਕੇ ਸੰਤ ਨਿਰਮਲ ਹੋਏ ਨੇ, ਔਰ ਜਿਹੜਾ ਸੰਤਾਂ ਦੀ ਸੰਗਤ ਵਿੱਚ ਆਵੇਗਾ ਉਹ ਵੀ ਮੈਲ ਤੋਂ ਰਹਿਤ ਹੋ ਜਾਵੇਗਾ। ਜੋ ਪੂਰੇ ਸੰਤ ਨੇ, ਨਿਰਮਲ ਸੂਚੇ ਸਾਚੋ ਭਾਵੈ। ਜਦੋਂ ਤੁਸੀਂ ਨਿਰਮਲ ਹੋ ਗਏ, ਸੱਚ ਸਰੂਪ ਨੂੰ ਚੰਗੇ ਲੱਗੋਗੇ, ਫਿਰ ਪਾਣੀ 'ਚ ਪਾਣੀ ਭੇਦ ਹੋ ਜਾਵੇਗਾ। ਜਦੋਂ ਮੈਲ ਲੱਥ ਗਈ, ਜਿੰਨਾ ਚਿਰ ਵਿਕਾਰਾਂ ਦੀ ਮੈਲ ਹੈ, ਰੱਬ ਦਾ ਵਾਸਤਾ ਹੀ ਲੱਖ ਯਤਨ ਕਰ ਲਾ, ਦਾਵੇ ਕਰ ਲਾ, ਸਭ ਕਹਤੇ ਹੈ ਪਾਇਆ, ਘਾਟ ਨਾ ਕਿਨਹੀ ਕਹਾਇਆ। ਸਾਰੇ ਆਂਦੇ ਨੇ ਪੂਰੇ ਆ। ਜਿੰਨਾ ਚਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚੋਂ ਰੰਚਕ ਮਾਤਰ ਵੀ ਕਰਮ ਕਰਦਿਆਂ ਤੇਰੇ ਤੇ ਮੈਲ ਲੱਗ ਗਈ, ਤੂੰ ਨਿਰਮਲ ਨਹੀਂ। ਜਿਹੜਾ ਨਿਰਮਲ ਨਹੀਂ ਉਹ ਰੱਬ ਨਹੀਂ ਪਾ ਸਕਦਾ। ਰੱਬ ਉਸਨੇ ਪਾਇਆ ਜੋ ਨਿਰਮਲ ਹੈ। ਇੱਕ ਜਗ੍ਹਾ ਹੋਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤਾਂ ਦਾ ਇਦਾਂ ਦਾ ਪ੍ਰਤਾਪ ਹੈ, ਉਹਨਾਂ ਦੇ ਕੋਲ ਬੈਠਿਆਂ ਹੀ ਮਾੜੇ ਫੁਰਨੇ ਭੱਜ ਜਾਂਦੇ ਨੇ, ਮੈਲ ਲੈ ਜਾਂਦੀ ਹੈ। ਇਹ ਉਹਨਾਂ ਦੀ ਬਰਕਤ ਹੈ ਜੋ ਨਾਮ ਚੋਂ ਹਾਸਲ ਕੀਤੀ ਹੈ। ਔਰ ਉਹ ਆਪਣੇ ਕੋਲ ਬਿਠਾ ਕੇ ਜਗਿਆਸੂਆਂ ਨੂੰ ਗੁਰੂ ਨਾਨਕ ਦਾ ਨਾਮ ਜਪਾਉਂਦੇ ਨੇ। ਜੇ ਕੋਈ ਆਖੇ ਮੇਰਾ ਨਾਮ ਜਪੋ, ਬਿਠਾ ਲਵੇ ਤੁਹਾਨੂੰ ਕੋਲ, ਦੌੜ ਜਾਇਓ ਜਿੱਥੇ ਮੈਂ ਆ, ਮੈਂ ਫਿਰ ਦੁਹਰਾ ਦੇਵਾਂ, ਹਰ ਜੀਓ ਹੰਕਾਰ ਨਾ ਪਾਵਈ। ਉਥੇ ਕੁਝ ਨਹੀਂ ਜੇ ਮਿਲਣਾ। ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੋੜੇ, ਅਕਾਲ ਪੁਰਖ ਦੇ ਗੀਤ ਗਵਾਵੇ, ਖੁਦਾ ਦੇ ਗੀਤ ਗਵਾਵੇ, ਉਹ ਪੂਰਾ ਸੰਤ ਹੈ। ਉਹ ਆਪ ਵੀ ਨਾਮ ਜਪ ਕੇ ਪਹੁੰਚਿਆ ਹੈ ਤੇ ਹੋਰਾਂ ਨੂੰ ਵੀ ਗੁਰੂ ਦੇ ਲੜ ਲਾਉਂਦਾ ਹੈ। ਐਸੇ ਜਿਹੜੇ ਸੰਤ ਨੇ ਉਹਨਾਂ ਨੂੰ ਪ੍ਰਮਾਤਮਾ ਦਾ ਆਸਰਾ ਹੈ। ਓਟ ਦੇ ਅਰਥ ਬੜੇ ਨੇ। ਓਟ ਦਾ ਮਤਲਬ ਪਰਦਾ ਵੀ ਹੁੰਦਾ ਹੈ। ਪਰਮਾਤਮਾ ਉਹਨਾਂ ਦੇ ਕਰਮਾਂ ਨੂੰ ਪਰਦਾ ਪਾ ਕੇ ਢੱਕ ਵੀ ਲੈਂਦਾ ਹੈ, ਜਿਹੜੇ ਉਹਦਾ ਨਾਮ ਜਪਦੇ ਨੇ। ਯਾਦ ਰੱਖਿਓ ਇਸ ਗੱਲ ਨੂੰ। ਦੀਨ ਦੁਨੀਆ ਦੇ ਮਾਲਕ, ਉਹਦੇ ਪਿਆਰੇ ਸੰਤ, ਉਹਨਾਂ ਦਾ ਉਹ ਆਸਰਾ ਵੀ ਹੈ, ਉਹਨਾਂ ਲਈ ਪਰਦਾ ਵੀ ਹੈ, ਓਲਾ ਵੀ ਹੈ। ਸਦੀਵੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖਦਾ ਹੈ। ਇੱਥੇ ਲਫ਼ਜ਼ ਵਰਤਿਆ ਹੈ ਮਹਾਰਾਜ ਗੁਰੂ ਅਰਜਨ ਸਾਹਿਬ ਨੇ, ਜਦੋਂ ਆਖਣ ਲੱਗੇ ਵੀ ਸੰਤਾਂ ਦਾ ਆਸਰਾ ਅਕਾਲ ਪੁਰਖ ਹੈ। ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਰ ਹੈ। ਪਰਮੇਸ਼ਰ, ਪਰਮ ਕਹਿੰਦੇ ਨੇ ਉੱਚਾ, ਈਸ਼ਵਰ ਕਹਿੰਦੇ ਨੇ ਖੁਦਾ ਨੂੰ, ਜੋ ਸਭ ਤੋਂ ਵੱਡਾ ਹੈ, ਸੁਆਮੀ ਹੈ, ਮਾਲਕ ਹੈ। ਤੇ ਸਭ ਤੋਂ ਵੱਡਾ ਕੌਣ ਹੈ? ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਉਹ ਖੁਦਾ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ। ਸੰਤਾਂ ਨੂੰ ਉਸ ਗੁਰੂ ਨਾਨਕ ਦਾ ਆਸਰਾ ਹੈ। ਵਰਕ ਨੇ ਇੱਕ ਗੱਲ ਬੜੀ ਪਿਆਰੀ ਕਹੀ ਸੀ। ਉਹ ਸਿੱਖ ਨਹੀਂ ਹੈ, ਗੈਰ ਸਿੱਖ ਹੁੰਦਿਆਂ ਵੀ ਉਹਨੇ ਸ਼ਾਇਰੀ ਵਿੱਚ ਜਦੋਂ ਕਲਮ ਚਲਾਈ, ਕਹਿੰਦਾ ਹਮਾਰੇ ਦਿਲ ਕੇ ਆਇਨੇ ਮੇਂ ਹੈ ਤਸਵੀਰ ਨਾਨਕ ਕੀ। ਨਾਨਕ ਨਿਰੰਕਾਰੀ ਕਿੱਡਾ ਵੱਡਾ ਹੈ। ਹਮਾਰੇ ਦਿਲ ਕੇ ਆਇਨੇ में है तस्वीर नानक की, हमारे कान के पर्दे में है तकरीर नानक की। हमारे कान के पर्दे में है तकरीर नानक की, झुका दे आस्तीन पर उसके, झुका दे आस्तीन पर उसके, तू भी बरक सर अपना। झुका दे आस्तीन पर उसके, तू भी बरक सर अपना। है दरवेशान कामल में बड़ी तौकीर नानक की। ऐ बरक तेरा कोई भी धर्म है, गुरु नानक दे दर ते तू सिर झुका दे। जो सरणे आवे तिस कंठ लावे। गुरु नानक तो वड्डा दुनिया ते कोई नहीं। कामल कहंदे ने करामाती। गुरु नानक तो वड्डा करामाती संत, करामाती महापुरुष, करामाती रहबर पैगंबर अवतार दुनिया ते कोई देवता नहीं आया। बाणी ने भी ये गल कही है, झुक जा उहदे अगे सब ते वड्डा सतगुर नानक जिन कल राखी मेरी। कलयुग दे भयंकर समय विच तैनूं रख लवेगा।
परम ईश्वर संतां नूं जो परम है सारियां दा ईश्वर है उहदा आसरा है ते सिखा फिर परम ईश्वर गुरु नानक है आप नारायण कलाधार जग में परवरियो ऐसे प्यारे संतां दी ओ वडियाई आप कराउंदा है। चंदन चांदना सरद रुत मूल न मिटई काम। चंदन चंद ते सियाल दी जिहड़ी रुत है वो तिन्नां विच एक गुण है। चंदन जिहड़ा है ना वो ठंडा बड़ा है। सप गर्मी बड़ी मनाउंदे ने जहरीले ने। तुसीं वेखोगे चंदन दे रुख दे इर्द गिर्द वो वल वलेवें मार के पए रहिंदे ने। जिथे चंदन दे रुख होणगे उत्थे सप्पां दा वासा होवेगा क्योंकि सप जहरीला है गर्मी बड़ी मनाउंदा है। चंदन ठंडा बड़ा है। तुसीं इंग्लिश विच भी लभना होवे सैंटालुम अल्बम चंदन दा नाम है। इहदी ये सिफत है एक ते इहदे वर्गा किसे दूसरे लकड़ दे टुकड़े दा मुल नहीं। आ जिन्ने भी परफ्यूम मादक ये सब इह तों बनदे ने सेंट इहदे तों बनदा है। और जदों भी किसी महापुरुष की वडियाई करनी होवे आपां कह दिंदे भी ये साधु ते चंदन वर्गा है गुरमत की खुशबोई इहदे कोलों बड़ी आउंदी है। दीन दुनिया दे मालक कहंदे चंदन ठंडा है। जिथे सूरज गर्मी का प्रतीक है उत्थे चंद ठंडक का प्रतीक है। सरद रुत जिहड़ी है बड़ी ठंडी है। सियालां विच मौसम बड़ा ठंडा है। पर जे तुसीं आखो भी सियाल रुत जां चंदन दी ठंडक चंद्रमे दियां रोशनियां दी ठंडक तुहाडे अंदर दी घाम गर्मी नूं मिटा देवेगी ते 101% झूठ है। चंद दी रोशनी चंदन दी संगत सियाल रुत चम नूं ते ठंडिया कर सकदी है पर मन नूं ठंडिया नहीं कर सकदी। सो महाराज इत्थे घाम लफ्ज़ वरतदे ने। घाम कादी है सानू तपत कादी है सानू विकारां दी तपत। बड़ियां इच्छावां ने पूर्ति नहीं हुंदी मंगां पूरीआं नहीं हुंदियां फिर तपदे रहिंदे आ तृष्णा दी अग विच सड़दे रहिंदे आ आंडियां गुआंढियां नूं वेख के मचदे रहिंदे आ। कई प्रकार दी सानू तपत है कई प्रकार दा सानू सेक है पर चंद दी ठंडक चंद्रमे दी रोशनी तैनू मन करके ठंडिया कर दवे। चंदन ठंडिया कर दवे तैनू सरद रुत ठंडिया कर दवे। महाराज कहंदे मूल तो ही कदाचित ये रद्द कर दे ये नहीं हो सकता। इन्हां नाल मन तेरा ठंडा नहीं पै सकदा। शीतल थीवै नानका जपंदड़ू हर नाम। जो चंद्रमे दी रोशनी चंदन दी संगत सरद रुत विच रिहां नहीं हो सकता वो नानक निरंकारी दा नाम जपिया हासिल हो जाता है। मन नूं संतोख आ जाता है। शीतल थीवै तेरा मन ठंडा ठार हो जाएगा। नानक निरंकारी दा नाम गुरु अर्जन साहिब पातशाह इत्थे वरतदे ने। आखण लगे शीतल थीवै नानका जपंदड़ो हर नाम। नानक निरंकारी दे निर्गुण स्वरूप अकाल पुरख दा नाम जपिया कर तैनू ठंडक आवेगी। तेरा मन जिहड़ा है सोग विच तपदा रहिंदा है इच्छावां विच तपदा रहिंदा है तृष्णा विच तपदा रहिंदा है वो ठंडा ठार हो जाएगा वो शीतल हो जाएगा सरद हो जाएगा ਉਹਦੀ ਭੜਕਣਾ ਮੁੱਕ ਜਾਵੇਗੀ। ऐसी बरकत गुरु नानक दे नाम विच है। तुसीं रोज पढ़दे हो शीतल हर हर नाम सिमरत तपत जाए। ਜਿਹੜਾ भी हरि दे नाम नूं सिमरदा है हरिया भरिया करन वाले अकाल पुरख दे नाम नूं जपदा है हिरदे विच टकाउंदा है ਉਹਦਾ मन शांत हो जाया करदा है। पौड़ी चरण कमल की ओट उदरे सागल जाना। महाराज कहंदे देखो पौड़ी विच फरमान करदे ने अगर चाहना है मन टिक जावे अगर चाहना है सतपुरुषां दी न्याई तेरे मन दे वलवले खत्म हो जाण तेरा मन शांत ठंडा हो जावे सरद रुत वर्गा हो जावे ते महाराज कहंदे फिर एक कम कर
उस अकाल पुरख परमेश्वर दी शरण लै चरण कमल की ओट उधरे सगल जन। क्योंकि जिन्ने भी साधुआं दी वडियाई महाराज कहंदे पिछे कीती है ना असीं, वो सारे अकाल पुरख दी ओट लैके शरण लैके ही उधरे ने, उधार होया है उन्हां दा, विकारां तो बचे ने, शरीर दे रोगां तो बच गए, मन दे सम्मक तपणे तो सोगां तो बच गए। ਉਹਦੇ ਚਰਨ ਕਿੱਦਾਂ ਦੇ ਨੇ? ਕਹਿੰਦੇ ਕਮਲ ਵਰਗੇ ਨੇ। ਕਮਲ ਦਾ ਫੁੱਲ ਤੁਸੀਂ ਵੇਖਿਆ ਹੀ ਹੈ, ਛੱਪੜਾਂ ਵਿੱਚ ਸਰੋਵਰਾਂ ਵਿੱਚ ਹੋਇਆ ਕਰਦਾ ਹੈ। ਕਈ ਵਾਰ ਉਹ ਗੁਲਾਬੀ ਜੀ ਭਾਅ ਮਾਰਦਾ ਹੈ, ਵੈਸੇ ਉਹ ਸਫੇਦ ਜ਼ਿਆਦਾਤਰ ਹੁੰਦਾ ਹੈ। ਔਰ ਇਹਨਾਂ ਉਹਨੂੰ ਮਾਣ ਦਿੱਤਾ ਹੈ ਭਾਰਤ ਵਰਸ਼ ਦੀ ਸੰਸਕ੍ਰਿਤੀ ਨੇ। ਗੁਰਦੁਆਰਿਆਂ ਦੇ ਗੁੰਮਜ ਵੀ ਆਪਾਂ ਕਮਲ ਦੀ ਸ਼ੇਪ 'ਚ ਬਣਾਏ ਨੇ। ਹਿੰਦੂ ਵੀਰਾਂ ਨੇ ਮੰਦਰ ਵੀ ਕਮਲ ਦੀ ਸ਼ੇਪ 'ਚ ਬਣਾਏ ਨੇ, ਜੋ ਉਹਨਾਂ ਦੇ ਗੁੰਮਜ ਨੇ, ਤੇ ਮਸੀਤਾਂ ਦੇ ਗੁੰਮਜ ਵੀ ਉਹਦੀ ਸ਼ੇਪ ਵਿੱਚ ਨੇ। ਜਦੋਂ ਵੀ ਕਿਸੇ ਦੀ ਵਡਿਆਈ ਕਰਨੀ ਹੈ, ਸੁੰਦਰਤਾ ਦੀ, ਆਪਾਂ ਕਹਿ ਦਿੰਨੇ ਜੀ ਫਲਾਣੇ ਦੇ ਨੇਤਰ ਕਮਲ ਵਰਗੇ, ਫਲਾਣੇ ਦੇ ਨੇਤਰ ਕਮਲ ਵਰਗੇ ਨੇ, ਚਰਨ ਕਮਲ ਵਰਗੇ ਨੇ, ਹਸਤ ਕਮਲ ਵਰਗੇ ਨੇ, ਲਬ ਕਮਲ ਵਰਗੇ ਨੇ। ਇਹ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ। ਗੁਰੂ ਨਾਨਕ ਅਕਾਲ ਪੁਰਖ ਦੇ ਚਰਨ ਜਿਹੜੇ ਨੇ ਉਹ ਕਮਲ ਵਰਗੇ ਸੁੰਦਰ ਨੇ, ਤੇ ਸਾਧਾਂ ਨੇ ਉਹਦੀ ਸ਼ਰਨ ਲਈ ਹੋਈ ਹੈ, ਇਸ ਕਰਕੇ ਉਹਨਾਂ ਦਾ ਉਧਾਰ ਹੋਇਆ ਹੈ। ਕਮਲ ਰੂਪ ਨੇ ਉਹ ਜਿਹੜੇ ਚਰਨ ਨੇ। ਸੋ ਮਹਾਰਾਜ ਇੱਥੇ ਇਹ ਗੱਲ ਸਮਝਾਉਂਦੇ ਨੇ, ਅਗਰ ਉਧਾਰ ਚਾਹੁਣਾ ਹੈ, ਜਿੰਨੇ ਵੀ ਜਨ ਨੇ, ਸਗਲ ਤੋਂ ਭਾਵ ਸਾਰੇ ਦੇ ਸਾਰੇ, ਉਹਨਾਂ ਦਾ ਉਧਾਰ ਅਕਾਲ ਪੁਰਖ ਦੇ ਚਰਨਾਂ ਵਿੱਚ ਲੱਗ ਕੇ ਹੀ ਹੋਇਆ ਹੈ। ਉਹਨਾਂ ਨੂੰ ਮੁਕਤੀ ਅਕਾਲ ਪੁਰਖ ਦੇ ਚਰਨਾਂ ਦੇ ਆਸਰੇ ਤੋਂ ਮਿਲੀ ਹੈ। ਜਿਵੇਂ ਬਾਣੀ ਕਹਿੰਦੀ ਹੈ, ਤਿੰਨ ਭਉ ਨਿਵਾਰ ਅਨਪੈ ਪਦ ਦੀਨਾ। ਤਿੰਨ ਭਉ ਨਿਵਾਰ ਅਨਪੈ ਪਦ ਦੀਨਾ, ਸ਼ਬਦ ਮਾਤਰ ਤੇ ਉਦਰ ਧਰੇ। ਗੁਰੂ ਨਾਨਕ ਨਿਰੰਕਾਰੀ ਨੇ ਸ਼ਬਦ ਦੀ ਬਰਕਤ ਨਾਲ ਹੀ ਉਧਾਰ ਕੀਤਾ ਹੈ ਇਹਨਾਂ ਸੰਤਾਂ ਦਾ, ਜਦੋਂ ਸੰਤਾਂ ਨੇ ਗੁਰੂ ਦੀ ਸ਼ਰਨ ਗ੍ਰਹਿਣ ਕੀਤੀ ਹੈ। ਜਿਹੜਾ ਸਗਲ ਹੈ ਨਾ ਲਫ਼ਜ਼, ਉਹ ਆਮ ਆਪਾਂ ਵਰਤਦੇ ਵੀ ਸਾਰੇ ਦੇ ਸਾਰੇ, ਤੇ ਜੇ ਤੁਸੀਂ ਸ਼ਗਲ ਲਫ਼ਜ਼ ਫਾਰਸੀ ਅਰਬੀ ਵਿੱਚ ਲੈ ਲਓ ਤੇ ਮਤਲਬ ਹੁੰਦਾ ਕਿਰਤ ਕਰਨੀ। ਸਗਲ ਜਨ, ਕੋਈ ਵੀ ਤੁਹਾਡੀ ਕਿਰਤ ਹੈ, ਅਗਰ ਤੁਸੀਂ ਕਿਸੇ ਪ੍ਰਕਾਰ ਦੀ ਕਿਰਤ ਵਿੱਚ ਜੋ ਗੁਰਮਤਿ ਦੇ ਵਿਪਰੀਤ ਹੈ ਜਕੜੇ ਹੋਏ ਹੋ, ਉਧਰੇ ਸਗਲ ਜਨ ਉਸ ਕਿਰਤ ਚੋਂ ਨਿਕਲ ਜਾਓਗੇ, ਤੁਹਾਨੂੰ ਨਿਜਾਤ ਮਿਲੇਗੀ, ਤੁਹਾਨੂੰ ਮੁਕਤੀ ਹਾਸਲ ਹੋ ਜਾਵੇਗੀ। ਜਨ ਲਫ਼ਜ਼ ਸੰਤ ਲਈ ਵੀ ਆਇਆ ਹੈ, ਤੇ ਜੇ ਫਾਰਸੀ 'ਚ ਆ ਜਾਓ ਤੇ ਜਨ ਇਸਤਰੀ ਨੂੰ ਵੀ ਕਹਿੰਦੇ ਨੇ। ਇਸਤਰੀ ਦਾ ਵੀ ਉਧਾਰ ਹੈ ਗੁਰੂ ਨਾਨਕ ਦੇ ਗੀਤ ਗਾਇਆ, ਕਿਉਂਕਿ ਆਮ ਧਰਮਾਂ 'ਚ ਆਖਿਆ ਗਿਆ ਮਸਜਿਦਾਂ ਵਿੱਚ ਬੀਬੀਆਂ ਨੂੰ ਨਹੀਂ ਜਾਣ ਦਿੰਦੇ, ਮੰਦਰਾਂ ਵਿੱਚ ਬੀਬੀਆਂ ਨਹੀਂ ਜਾਂਦੀਆਂ। ਯਾਦ ਰੱਖਿਓ, ਇਸਤਰੀ ਜਾਤ ਬ੍ਰਾਹਮਣ ਕਹਿੰਦਾ ਰਾਮ ਦਾ ਨਾਮ ਨਹੀਂ ਜਪ ਸਕਦੀ, ਉਹਦਾ ਉਧਾਰ ਨਹੀਂ ਹੋ ਸਕਦਾ, ਨਾ ਸ਼ੂਦਰ ਜਪ ਸਕਦਾ। ਪਰ ਇੱਥੇ ਕੀ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਆ ਸ਼ਰਨ ਲੈ ਗੁਰੂ ਦੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ। ਸਭ ਇਸਤਰੀਆਂ ਦਾ ਵੀ ਉਧਾਰ ਕਰਨ ਵਾਲੇ ਨੇ ਗੁਰੂ ਪਾਤਸ਼ਾਹ, ਉਹਨਾਂ ਦੇ ਨਾਮ ਦੀ ਐਸੀ ਅਜ਼ਮਤ ਹੈ। ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ। ਮਹਾਰਾਜ ਆਖਣ ਲੱਗੇ, ਦੇਖੋ ਅਕਾਲ ਪੁਰਖ ਦੀ ਅਜ਼ਮਤ, ਤਾਕਤ, ਪ੍ਰਤਾਪ, ਕਰਾਮਾਤ ਐਸੀ ਹੈ। ਉਹਦੇ ਜਿਹੜੇ ਪਿਆਰੇ ਜਨ ਨੇ ਨਾ ਉਹ ਕਾਮ ਕ੍ਰੋਧ ਲੋਭ ਰੋਭ ਰੂਪੀ ਵਿਕਾਰਾਂ ਤੋਂ ਡਰਦੇ ਨੇ, ਨਾ ਪ੍ਰਤੱਖ ਕਿਸੇ ਦੁਸ਼ਮਣ ਦਾ ਉਹਨਾਂ ਨੂੰ ਡਰ ਹੈ। ਵੇਖੋ ਜਿਹਦੇ ਸਿਰ ਦਾ ਮਾਲਕ ਤਕੜਾ ਹੋਵੇ, ਜ਼ੋਰਾਵਰ ਹੋਵੇ, ਉਹ ਕਿਸੇ ਤੋਂ ਡਰਦਾ ਨਹੀਂ ਹੈ। ਆਪਾਂ ਕਈ ਵਾਰ ਕਹਿ ਦਿੰਦੇ ਵੀ ਤੂੰ ਫਲਾਣੇ ਲੀਡਰ ਦੇ ਸਿਰ ਤੇ ਛਾਲਾ ਮਾਰਦਾ ਹੈ, ਤੇ ਉਹ ਕਹਿੰਦਾ ਫਿਰ ਜਿਹਦਾ ਆਸਰਾ ਹੈ ਛਾਲਾਂ ਵੀ ਤੇ ਉਹਦੇ ਸਿਰ ਤੇ ਹੀ ਮਾਰਨੀਆਂ ਨੇ। ਇਹ ਖਾਲਸੇ ਨੇ ਵੀ ਕਲਗੀਧਰ ਦੇ ਥਾਪੜੇ ਦੇ ਸਿਰ ਤੇ ਹੀ ਛਾਲਾਂ ਮਾਰੀਆਂ ਨੇ। ਐਵੇਂ ਨਹੀਂ ਸਵਾ ਲੱਖ ਨਾਲ ਲੜਿਆ, ਐਵੇਂ ਨਹੀਂ ਭਾਈ ਨੰਦ ਲਾਲ ਕਹਿੰਦੇ ਸ਼ੇਰਾਨੇ ਅਫਵਾਜ਼ੇ ਮਨਸੂਰੇ ਅਸ਼ਯਕਾ ਤਾਜ, ਐਵੇਂ ਨਹੀਂ ਭਾਈ ਤਾਰੂ ਸਿੰਘ ਖੋਪੜ ਲਵਾ ਗਏ, ਡਾਰੀ ਕਿਸੇ ਦਾ ਨਹੀਂ ਹੈ। ਐਵੇਂ ਨਹੀਂ ਭਾਈ ਮਨੀ ਸਿੰਘ ਬੰਦ ਕਟਵਾ ਗਏ, ਕਿਸੇ ਬਾਦਸ਼ਾਹ ਦਾ ਡਰ ਨਹੀਂ, ਕਿਉਂਕਿ ਜਿਸ ਬਾਦਸ਼ਾਹ ਦਾ ਥਾਪੜਾ ਉਹਨਾਂ ਨੂੰ ਹੈ ਉਹ ਲੋਕ ਪਰਲੋਕ ਦਾ ਬਾਦਸ਼ਾਹ ਕਲਗੀਧਰ ਹੈ, ਉਹਦੇ ਵਰਗਾ ਕੋਈ ਦੂਸਰਾ ਨਹੀਂ ਹੈ। ਜਿਹੜੇ ਗੁਰੂ ਦੇ ਆਸਰੇ ਨੇ, ਮਹਾਰਾਜ ਕਹਿੰਦੇ ਨਿਰਭਉ ਹੋ ਜਾਂਦੇ ਨੇ, ਉਹਨਾਂ ਨੂੰ ਕਿਸੇ ਦਾ ਡਰ ਨਹੀਂ। ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਜਨ, ਉਹ ਪਿਆਰੇ ਜਨ ਗੋਬਿੰਦ। ਗੋ ਕਹਿੰਦੇ ਧਰਤੀ ਨੂੰ, ਬਿੰਦ ਪਾਲਣ ਵਾਲਾ, ਜੋ ਕੇਂਦਰ ਬਿੰਦੂ ਹੈ ਸਭਨਾਂ ਦਾ, ਸਭਨਾਂ ਨੂੰ ਪਾਲਣ ਵਾਲਾ ਹੈ। ਪਰਮਾਤਮਾ ਦੀ ਵਡਿਆਈ ਕਰਕੇ, ਇਕਬਾਲ ਕਰਕੇ ਉਹਦੇ ਪਿਆਰੇ ਸੰਤ ਐਸੇ ਨਿਰਭਉ ਹੋ ਗਏ, ਉਹ ਜਾਣਦੇ ਨੇ ਸਾਨੂੰ ਰੱਖਣ ਵਾਲਾ ਮਾਰਨ ਵਾਲੇ ਨਾਲੋਂ ਵੱਡਾ ਏ।
इस करके उन्हां नूं किसे दा भै नहीं रहिंदा, उन्हां दे चम अंदर खलड़ी अंदर किसे दा डर नहीं रहिंदा। इस गल दा ख्याल रखियो, निरभौ भये सगल भै मिटे। जेड़ा दीन दुनिया दे मालक दे चरनी लग जांदा है। एक जगह महाराज ने कहा है, गोबिंद चरण उटाही निरभौ भये सगल भै खोए। गोबिंद चरण उटाही, जेड़ा गुरु गोबिंद अकाल पुरख दे चरनी लगदा है, उहदे सारे भै मिट जांदे हन। टोट न आवे मूल संचिया नाम धन। और नाम जपण वाले जेड़े गुरमुख प्यारे ने ना, दुनियावी तौर ते भी उन्हां नूं किसे पदार्थ दी तोट नहीं आउंदी। महाराज सब कुछ बख्शदे ने। और दूसरे बन्ने जो अकाल पुरख दा नाम है, तुसीं हुण संगत विच बैठ के उहदे गीत गाओ जां गीत सुन लवो, ये नाम धन मुक थोड़ी चलिया है। दुनियावी धन ते कह दिंदे भी वरतिया मुक जांदा है। नाम दा धन जिन्ना हो सके दा लंगर लाया करो, नाम जपिया करो, बाणी पढ़िया करो, शब्द दा अभ्यास करिया करो, कीर्तन करिया करो। होरां दे सरवणां दे विच भी कीर्ति दी ਜਿਹੜੀ ਇਹ ਅਜ਼ਮਤ है, बरकत है, वो पै जावे। होरां नूं कोल बिठा के भी ये रब दे गीत गाया करो। सो महाराज कहिंदे ने, दिन रात लिव ला के ओदी कीर्ति गाउणी है। ये नाम धन कदे मुक्कण वाला नहीं, ये कदे खत्म नहीं होण वाला। टोट ना आवे मूल संचिया नाम धन। संच की है? इकट्ठियां कर लेना, खजाना भर लेना। जिन्हां ने नाम धन इकट्ठा कीता वो कदे मुकदा नहीं, उन्हां नूं कदे टोट नहीं आउंदी। तुसीं रोज पढ़दे हो, कथना कथी ना आवे टोट, कथ कथ कथी, कोटी कोट कोट। देंदा दे लैंदे थक पाहे जुगा जुगंतर, खाही खाहे जेड़े उहदा नाम जपदे ने। ना दुनियावी पदार्थां दी टोट है, उहदे नाम नूं वध तों वध जपो ते होरां नूं भी जपाओ। ये नाम धन कदे मुकदा नहीं है। इउं पातशाह अगे फरमान करदे हन, संत जना स्यों संग पाइए वड्डे पुन। देखो महाराज कहिंदे ने, पूरियां संतां दी संगत बहुत वड्डे पुन कीते होण ते प्राप्त हुंदी है। पुन दे कई अर्थ ने। पुन दा मतलब यह भी हुंदा है दूसरी वार, आपां कहदे ने पुन ये काम कीता, पुन ये कर्म कमाया दूसरी वार। पुन दा मतलब फेर भी है, जिवें दसम बाणी विच पढ़दे हो रोज तुसीं, पुनराशस का काटा सीसा। पुन तो मतलब फेर राक्षस दा सिर कटिया जंग दे विच। पुनराशस का काटा सीसा श्री असकेत जगत के। ईसा किन्ने? श्री असकेत ने, खुदा ने, मैदाने जंग विच। इत्थे पुन दा लफ्ज मतलब जो भी अर्थ है वो इस प्रकार है, दोबारा जां फेर। हुण इत्थे जिहड़ा पुन लफ्ज है जो इस पंक्ति दे विच महाराज ने वरतिया है, इत्थे पुन दा मतलब सिखा यह है चंगा कर्म, बड़े चंगे कर्म होण, फिर किते जाके पूरे संत दी संगत प्राप्त हुंदी है, फिर किते जाके पूरा संत प्राप्त हुंदा है। नहीं ते महाराज कहिंदे ओदी प्राप्ति नहीं हो सकती। सो महाराज दीन दुनिया दे मालक इत्थे समझाउंदे ने, भाई चंगे कर्म करो, साधुआं दी संगत प्राप्त हुंदी है। आठ पहर हर त्याए हर जस नित सोना। और संत दा ये लक्षण याद रखियो, जदों संत प्राप्त हो गया ना, उहदा लक्षण यही है भी वो अठों पैर नाम ते आउंदा है। पैर की हुंदा? 3 घंटियां दा। 8 नाल मल्टीप्लाई करो, गुणा करो, 24 घंटे। वो 24 घंटे ही नाम जपदा है। ऐसे साधु दी संगत वड्डे कर्मां नाल मिलदी है। कहिंदे मिल जावे ते कोल ही बह जा। एक कवि कहंदा है, आज की शब गर रहेंगे मुसफी, आज की शब गर रहेंगे मुसफी बैरून दर, क्या करें हमको तो दरबा की भी खातिर है जरूर। कहंदा रब ते ठीक है, रब मिले, पर कहंदा राजा ते उदों ही मिले ना जदों ओदे दरबान दी सेवा करोगे, ओदे पीए दी सेवा करोगे। और जिहड़ा गेट ते खलोता है किले दे,
ਰਾਜੇ ਦੇ ਮਹਿਲਾਂ ਦੇ ਬਾਹਰ ਜੇ ਉਹਨੂੰ ਮੰਦਾ ਚੰਗਾ ਬੋਲੋਗੇ ਤੇ ਅੰਦਰ ਜਾਣ ਦੇਵੇਗਾ? ਕਹਿੰਦਾ ਨਹੀਂ। ਉਰਦੂ ਦਾ ਸ਼ਾਇਰ ਕਹਿੰਦਾ ਦੇਖ ਮੁਸਫੀ ਕਹਿੰਦਾ ਦੇਖ, ਉਹ ਜਿਹੜਾ ਦਰਬਾਨ ਖਲੋਤਾ ਹੈ ਨਾ ਬਾਹਰ, ਉਹਦੇ ਚਰਨਾਂ 'ਚ ਹੀ ਬਹਿ ਕੇ ਸੇਵਾ ਤੇ ਲੱਗ ਜਾ, ਖੁਸ਼ ਹੋ ਗਿਆ ਤੇ ਤੈਨੂੰ ਰਾਜਾ ਮਿਲ ਪਵੇਗਾ। ਸਾਧੂਆਂ ਦੀ ਸੰਗਤ ਵੱਡੇ ਕਰਮਾਂ ਨਾਲ ਮਿਲਦੀ ਹੈ, ਉਹਨਾਂ ਦੀ ਸੇਵਾ ਕਰਕੇ ਉਹਨਾਂ ਨੂੰ ਪ੍ਰਸੰਨ ਕਰਨ ਵਾਲਾ ਜਿਹੜਾ ਹੈ, ਮਹਾਰਾਜ ਕਹਿੰਦੇ ਆ ਉਹ ਰੱਬ ਤਾਈਂ ਪਹੁੰਚਦਾ ਹੈ। ਪਰ ਖਿਆਲ ਰੱਖਿਓ ਕਿਤੇ ਬਗਲੇ ਕੋਲ ਨਾ ਬਹਿ ਜਾਓ ਹੰਸ ਦੇ ਭੁਲੇਖੇ। ਕਈ ਬਾਣਾ ਪਾ ਲੈਂਦੇ ਨੇ ਪਰ ਨਾਮ ਨਹੀਂ ਹੈ, ਬੰਦਗੀ ਨਹੀਂ, ਇਬਾਦਤ ਨਹੀਂ ਹੈ, ਚੌਂਕੜਾ ਨਹੀਂ ਹੈ, ਨਿਤਨੇਮ ਨਹੀਂ ਹੈ। ਮਹਾਰਾਜ ਕਹਿੰਦੇ ਜਦੋਂ ਸੰਤ ਕੋਲ ਬੈਠ ਗਏ ਫਿਰ ਉਹਦੇ ਪੂਰੇ ਲੱਛਣ ਇਹ ਨੇ, ਉਹ 8 ਪਹਿਰ ਹੀ ਨਾਮ ਜਪਦਾ ਹੈ, ਉਹ 8 ਪਹਿਰ ਹੀ ਅਭਿਆਸ ਕਰਦਾ ਹੈ, ਸਿਮਰਨ ਕਰਦਾ ਹੈ। ਪਰ ਵੱਡੇ ਭਾਗਾਂ ਨਾਲ ਉਹ ਮਿਲਦਾ ਹੈ। ਸੰਤ ਕਾ ਸੰਗ ਵਡ ਭਾਗੀ ਭਾਈ ਹੈ, ਵੱਡਿਆਂ ਭਾਗਾਂ ਨਾਲ ਮਿਲਦਾ ਹੈ। ਸੰਤ ਕੀ ਸੇਵਾ ਨਾਮ ਧਿਆਈਐ, ਉਹਦੇ ਕੋਲ ਬੈਠ ਕੇ ਫਿਰ ਰੱਬ ਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ। ਇਉਂ 8 ਪਹਿਰ ਧਿਆਉਣ ਵਾਲੇ ਸਾਧੂ ਦੀ ਸੰਗਤ ਕਰਮਾਂ ਨਾਲ ਪ੍ਰਾਪਤ ਹੁੰਦੀ ਹੈ। ਉਹ 8 ਹੀ ਪਹਿਰ ਨਾਮ ਜਪਦਾ ਹੈ, ਸੌਂਦਿਆਂ ਬਹਿੰਦਿਆਂ ਉੱਠਦਿਆਂ ਵੀ ਨਾਮ ਜਪਦਾ ਹੈ। ਤੁਸੀਂ ਪੜ੍ਹਦੇ ਹੋ ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਹਰ ਨਾਮ ਧਿਆਈਐ। ਜਿਹੜਾ ਉੱਠਦਿਆਂ ਬਹਿੰਦਿਆਂ ਸੁੱਤਿਆਂ ਨਾਮ ਧਿਆਉਂਦਾ ਹੈ, ਜਨ ਨਾਨਕ ਗੁਰਮੁਖ ਹਰ ਲਹੀਐ, ਉਹੀ ਗੁਰਮੁਖ ਬਣ ਸਕਦਾ ਹੈ, ਹਰੀ ਨੂੰ ਲੈ ਸਕਦਾ ਹੈ, ਪ੍ਰਾਪਤ ਕਰ ਸਕਦਾ ਏ। ਗੁਰਪਾਰ ਬ੍ਰਹਮ ਪਰਮੇਸ਼ਰ ਆਪ 8 ਪਹਿਰ ਨਾਨਕ ਗੁਰ ਜਾਪ। ਐਸੇ ਗੁਰੂ ਨਾਨਕ ਨੂੰ, ਅਕਾਲ ਪੁਰਖ ਨੂੰ 8 ਪਹਿਰ ਧਿਆਉਣ ਵਾਲਾ ਹੀ ਸੰਤ ਹੈ, ਰੱਬ ਦੇ ਗੀਤ ਗਾਉਣ ਵਾਲਾ ਹੀ ਸੰਤ ਹੈ। ਐਸੇ ਸੰਤ ਦੀ ਜਿਹੜੀ ਸੰਗਤ ਹੈ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਪੂਰੇ ਸਤਪੁਰਸ਼ ਮਿਲ ਜਾਣ, ਉਹ ਮੀਲ ਪੱਥਰ ਦੀ ਨਿਆਈ ਨੇ ਜੋ ਗੁਰੂ ਨਾਨਕ ਤਾਈਂ ਰੱਬ ਤਾਈਂ ਪਹੁੰਚਾ ਦਿੰਦੇ ਨੇ। ਦਾਸ ਇੱਥੇ ਹੀ ਆਪਣੀ ਵਿਚਾਰ ਨੂੰ ਸੰਕੋਚਦਾ ਹੈ। ਆਪ ਸਰਬੱਤ ਸੰਗਤ ਦਾ ਧੰਨਵਾਦ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੁਣਾਂ ਦਾ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਸਿੰਘ ਸਾਹਿਬਾਨਾਂ ਦਾ ਧੰਨਵਾਦ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨੀ, ਵਿਚਾਰ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਬਖਸ਼ ਦੇਣ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਆਓ ਇਹ 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ, 8 ਪਹਿਰ ਹਰਿ ਧਿਆਏ, ਹਰ ਜਸ ਨਿਤ ਸੋਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।